बहुत मुस्कुरा रहे हो, तुसीं गल्लां सारियां सुणीਆਂ ਹੋਣੀਆਂ। सवाल मैं ਤੁਹਾਨੂੰ बजट ਨੂੰ ਲੈ ਕੇ ਪੁੱਛ ਰਿਹਾ, ਕਿਵੇਂ ਤੁਸੀਂ बजट ਨੂੰ ਦੇਖ ਰਹੇ ਹੋ? ਵਿਰੋਧੀ ਹੋਣ ਦੇ ਨਾਤੇ ਤੁਸੀਂ ਉਸ ਦੇ ਉੱਤੇ ਸਵਾਲ ਤਾਂ ਚੁੱਕੋਗੇ, ਪਰ ਦੱਸੋ 2-3 ਪੁਆਇੰਟ ਜਿਹੜੇ ਤੁਹਾਨੂੰ ਲੱਗ ਰਹੇ ਨੇ, ਜਿਹੜੇ ਬਿਲਕੁਲ ਜਿਨ੍ਹਾਂ ਦੇ ਉੱਤੇ ਤੁਹਾਨੂੰ ਇਤਰਾਜ਼ ਹੈ ਜਾਂ ਜਿਨ੍ਹਾਂ ਨੂੰ ਸੁਣ ਕੇ ਨਿਰਾਸ਼ਾ ਹੋਈ ਹੈ। नहीं, सन्नी आलूवाले जी ने बड़ी सही गल कही है कि 75 साल के बजट और इस बजट जो है ना बड़ा फर्क है। मैं समझदा कि 75 सालों के ਇਹੋ ਜਿਹਾ बजट कभी नहीं आया होना ਜਿਹੜਾ ਝੂਠ ਫਰੇਬ, ਜਗਲਰੀ ਆਫ ਵਰਡਸ, ਜਗਲਰੀ ਆਫ ਫਿਗਰਸ ਔਰ ਲੋਕਾਂ ਨੂੰ ਜਿਵੇਂ ਚੁਣਾਵ ਵੇਲੇ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ, ਝੂਠੇ ਵਾਅਦੇ, ਝੂਠ ਦਾ ਪੁਲੰਦਾ, ਉਹੀ ਇੱਕ ਬਜਟ ਉਸ ਦਾ ਰੂਪ ਹੈਗਾ। ਰਹੀ ਗੱਲ ਕਿਉਂ ਮੈਂ ਕਹਿ ਰਿਹਾ ਜੀ, ਇਸ ਬਜਟ ਦੇ ਵਿੱਚ ਆਮਦਨ ਦਿਖਾਈ ਹੈ ਇਹਨਾਂ ਨੇ 95,258 ਕਰੋੜ ਰੁਪਈਆ, ਖਰਚਾ ਦਿਖਾ ਰਹੇ ਨੇ 1,55,806 ਕਰੋੜ ਰੁਪਈਆ, 60,602 ਕਰੋੜ ਰੁਪਏ ਦਾ ਫਰਕ ਹੈ। ਚੁਆਨੀ ਆਮਦਨ, ਖਰਚਾ ਰੁਪਈਆ, ਤੇ ਮੈਨੂੰ ਦੱਸ ਦਿਓ 75 ਪੈਸੇ ਕਿੱਥੋਂ ਆਣਗੇ? ਕਿੱਥੋਂ ਆਣਗੇ? ਤੁਸੀਂ ਕਿੱਥੋਂ ਖਰਚ ਕਰੋਗੇ? ਤੁਹਾਡੀਆਂ ਜਿੰਨੀਆਂ ਅਨਾਉਂਸਮੈਂਟਸ ਹੈਗੀਆਂ ਇਸ ਬਜਟ ਦੀਆਂ, ਇੱਕ ਫਰਾਡ ਦੇ ਇਲਾਵਾ ਕੁਝ ਨਹੀਂ ਹੈਗਾ। ਜੇ ਤੁਹਾਡੇ ਕੋਲ ਪੈਸਾ ਹੀ ਹੈ ਨਹੀਂ, ਤੁਹਾਡੀ ਅਨਾਉਂਸਮੈਂਟ ਕਿਸ ਕੰਮ ਦੀ? ਮੈਨੂੰ ਸਿੱਧਾ ਸਾਫ਼ ਦੱਸ ਦਿਓ ਨਾ। 95,000 ਕਰੋੜ ਦੀ ਆਮਦਨ, 1,55,000 ਦਾ ਤੁਸੀਂ ਖਰਚਾ ਔਰ ਐਲੋਕੇਸ਼ਨ ਕਰ ਰਹੇ ਹੋ। ਇੱਕ ਮਹੱਲਾ ਕਲੀਨਿਕ ਬਣਾ ਦੇਂਗੇ, ਅਸੀਂ ਹਸਪੀਟਲ ਖੋਲ ਦੇਂਗੇ, ਅਸੀਂ ਫਲਾਣਾ ਕਰ ਦਿਆਂਗੇ, ਅਸੀਂ ਕਾਲਜਸ ਬਣਾ ਦੇਂਗੇ, ਇਹ ਕਰ ਦਿਆਂਗੇ। ਉਹ ਬਈ ਚੁਆਨੀ ਪੱਲੇ ਨਹੀਂ ਤੁਹਾਡੇ ਤੇ ਕਰਦੀ ਮੇਲਾ ਮੇਲਾ। ਸਭ ਤੋਂ ਪਹਿਲੀ ਗੱਲ ਇਹ ਠੀਕ ਹੈ। ਦੂਸਰੀ ਚੀਜ਼ ਮੈਂ ਪੁੱਛਣਾ ਚਾਹੁੰਦਾ, ਗਰੰਟੀਆਂ ਤੁਸੀਂ ਦਿੱਤੀਆਂ ਸੀਗੀਆਂ, ਆਪੋਜੀਸ਼ਨ ਨਹੀਂ ਸੀ ਦਿੱਤੀਆਂ। ਅੱਜ ਆਮ ਆਦਮੀ ਪਾਰਟੀ ਨੂੰ ਆਪੋਜੀਸ਼ਨ ਤੇ ਪ੍ਰਸ਼ਨ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਕਿਉਂਕਿ ਤੁਸੀਂ ਗਰੰਟੀਆਂ ਲੋਕਾਂ ਨੂੰ ਦਿੱਤੀਆਂ, ਲੋਕਾਂ ਨਾਲ ਵਾਅਦੇ ਕੀਤੇ ਕਿ ਅਸੀਂ ਆਹ ਚੀਜ਼ਾਂ ਕਰਾਂਗੇ, ਅਸੀਂ 1,000 ਰੁਪਇਆ ਭੈਣਾਂ ਦੇ, ਮਾਤਾਵਾਂ ਭੈਣਾਂ ਦੇ ਖਾਤੇ 'ਚ ਪਾਵਾਂਗੇ ਪਹਿਲੀ ਸ਼ਾਹੀ ਨਾਲ, 300 ਯੂਨਿਟ ਬਿਜਲੀ ਫ੍ਰੀ ਕਰਾਂਗੇ ਪਹਿਲੀ ਸ਼ਾਹੀ ਨਾਲ। ਮੈਂ ਪੁੱਛਣਾ ਚਾਹੁੰਦਾ, ਤੁਸੀਂ ਵਾਅਦੇ ਕੀਤੇ, ਤੁਸੀਂ ਕੀਤੇ, ਅਸੀਂ ਤਾਂ ਨਹੀਂ ਕੀਤੇ। ਤੁਸੀਂ ਵਾਅਦੇ ਕੀਤੇ, ਲੋਕਾਂ ਨੇ ਤੁਹਾਡੇ ਵਾਅਦੇ ਮੰਨੇ, ਤੁਹਾਨੂੰ ਸਰਕਾਰ ਦੇ ਦਿੱਤੀ। ਅੱਜ ਕੀ ਹਾਲ ਹੈ ਮੈਨੂੰ ਦੱਸੋ? ਕਿੱਥੇ ਹੈ ਭੈਣਾਂ ਦਾ 1,000 ਰੁਪਇਆ? ਤੁਸੀਂ ਉਹ ਤੇ ਕੁਝ ਨਹੀਂ ਬੋਲੇ। ਤੁਸੀਂ ਹੈਲਥ ਦੀ ਗੱਲ ਕਰਦੇ ਸੀ, ਮੈਂ ਫਾਈਨਾਂਸ ਮਿਨਿਸਟਰ ਕਹਿੰਦੇ ਕਿ 5 ਦੇ ਵਿੱਚੋਂ 4 ਤਾਂ ਅਸੀਂ ਪੂਰੀ ਕਰਤੀਆਂ ਗਰੰਟੀਆਂ, ਤੁਸੀਂ ਇੱਕ ਨਹੀਂ ਕੀਤੀ, ਉਸ ਦੇ ਪਿੱਛੇ ਬੈ ਗਏ। ਇੱਕ ਮਿੰਟ ਸੁਣ ਲਓ ਮੇਰੀ, ਸੁਣ ਲਓ, ਮੈਂ ਉਸੇ ਤੇ ਆ ਰਿਹਾ ਸਰ। ਗਰੰਟੀਆਂ ਕੀ ਪੂਰੀਆਂ ਕੀਤੀਆਂ ਉਹ ਵੀ ਸੁਣ ਲਓ ਨਾ। ਮੈਂ ਤਾਂ ਪਹਿਲਾਂ ਦੱਸਦਾ, ਜੇ 95,000 ਦੀ ਆਮਦਨ ਹੈ, 1,55,000 ਖਰਚਾ ਕਿੱਥੋਂ ਕਰੋਗੇ ਤੁਸੀਂ? ਇਹ ਗਰੰਟੀਆਂ ਪੂਰੀਆਂ ਕੀਤੀਆਂ। ਹੁਣ ਸੁਣ ਲਓ ਮੇਰੀ ਗੱਲ, ਹੁਣ ਇਹ ਕਹਿੰਦੇ ਨੇ ਹੈਲਥ ਸੈਕਟਰ ਦੀ ਗੱਲ ਕਰਦੇ ਅਸੀਂ, ਆਹ ਮਹੱਲਾ ਕਲੀਨਿਕ 117 ਖੋਲ ਦਿਆਂਗੇ। ਉਹ ਦੀਪਾ ਜੀ ਨੇ ਦੱਸਦਾ ਕਿ ਕਿਵੇਂ 117 ਦੇ 5 ਸਾਲਾਂ 'ਚ ਕੀ ਹਾਲ ਹੋਏਗਾ। ਚਲੋ ਮੈਂ ਉਸ ਤੇ ਵੀ ਨਹੀਂ ਜਾਂਦਾ, ਮੈਂ ਇਹਨਾਂ ਤੇ ਬਿਲੀਵ ਕਰਦਾ ਕਿ ਮਹੱਲਾ ਕਲੀਨਿਕ ਸਾਰੇ ਖੋਲਣਗੇ। ਇਹਨਾਂ ਤੇ ਵਿਸ਼ਵਾਸ ਕੌਣ ਕਰੇਗਾ? ਉਹ ਆਯੁਸ਼ਮਾਨ ਭਾਰਤ ਦੇ ਫਰਵਰੀ ਤੋਂ ਬੰਦ ਪਈ ਹੈ, ਉਹਨੂੰ ਚਲਾਉਣ ਜੋਗੇ ਤੁਹਾਡੇ ਕੋਲ 3 ਮਹੀਨੇ ਦੇ ਵਿੱਚ ਪੈਸੇ ਨਹੀਂ ਹੋਏ। ਤੁਸੀਂ ਉਹਦੇ ਵਾਸਤੇ ਏਜੰਸੀ ਨਹੀਂ ਕਰ ਪਾਏ ਜਿਹੜੀ ਆਲਰੇਡੀ ਹੈਲਥ ਸਕੀਮ ਚੱਲਦੀ ਪਈ ਸੀਗੀ। ਠੀਕ ਹੈ, ਚਲੋ ਮੈਂ ਬੰਦ ਹੋ ਗਈ। ਤੁਸੀਂ ਲੋਕਾਂ ਦਾ ਇੱਕ ਮਿੰਟ ਤੁਸੀਂ ਤਫਸੀਲ ਨਾਲ ਗੱਲ ਰੱਖ ਲਈ, ਰਿਐਕਸ਼ਨ ਲੈਣਾ। ਮੈਂ ਕਥਨੀ ਔਰ ਕਰਨੀ ਇਹ ਸਰਕਾਰ ਦਾ ਫਰਕ ਹੈ ਜੀ। ਇਹ ਕਹਿੰਦੇ ਕੁਛ ਨੇ, ਕਰਦੇ ਕੁਛ ਨੇ, ਇਹਨਾਂ ਦੇ ਪੱਲੇ ਕੁਛ ਹੈ। ਚਲੋ ਪਰ ਰਿਐਕਸ਼ਨ ਲੈ ਲਈਏ ਸਰੀਨ ਸਾਹਿਬ, ਆਪਾਂ ਰਿਐਕਸ਼ਨ ਲੈ ਲਈਏ। ਮੈਂ ਪਹਿਲੇ ਪੁਆਇੰਟ ਦੇ ਉੱਤੇ ਤੁਹਾਡੇ ਮੈਂ ਸਰ ਤੁਹਾਡੇ ਪਹਿਲੇ ਪੁਆਇੰਟ ਦੇ ਉੱਤੇ ਆਣਾ। ਤੁਸੀਂ ਕਹਿ ਰਹੇ ਹੋ ਕਿ 96,000 ਕਰੋੜ ਦੀ ਇਨਕਮ, ਯਾਨੀ ਇੱਕ ਸ਼ਖਸ, ਇੱਕ ਆਮ, ਮੈਂ ਨਾਰਮਲ ਭਾਸ਼ਾ ਦੇ ਵਿੱਚ ਸਮਝਾਵਾਂ ਆਪਣੇ ਦਰਸ਼ਕਾਂ ਨੂੰ ਵੀ, ਬਹੁਤ ਸਾਰੇ ਇਨਫੈਕਟ ਸਮਝ ਵੀ ਗਏ ਹੋਣਗੇ ਕਿ ਆਪਣੀ ਇਨਕਮ ਹੈ 96 ਰੁਪਏ ਤੇ ਆਪਣਾ ਖਰਚਾ ਹੈ 155 ਰੁਪਏ। ਮੈਨੂੰ ਥੋੜਾ ਜਿਹਾ ਛੋਟਾ ਕਰਕੇ ਸਮਝਾ ਰਹੇ ਹਾਂ। ਜੋ ਸਰੀਨ ਸਾਹਿਬ ਕਹਿ ਰਹੇ ਨੇ ਕਿ ਸਟੇਟ ਦੀ ਕਮਾਈ 96 ਰੁਪਏ, ਖਰਚਾ 155 ਰੁਪਏ, ਇਹ ਜਿਹੜਾ ਕਰੀਬ 60 ਰੁਪਏ ਦਾ ਫਰਕ ਹੈ, ਇਹ ਕਿਵੇਂ ਪੂਰਾ ਹੋਏਗਾ? ਡਾਕਟਰ ਸਾਹਿਬ, ਡਾਕਟਰ ਆਲੂਵਾਲੀਆ ਜੀ। ਸਭ ਤੋਂ ਪਹਿਲੀ ਗੱਲ ਤਾਂ ਐਕਚੁਅਲੀ ਬੀਜੇਪੀ ਵਾਲਿਆਂ ਦੀ ਗਲਤੀ ਕੋਈ ਨਹੀਂ, ਇਹਨਾਂ ਨੂੰ ਜੁਮਲੇ ਦੇਣ ਦੀ ਆਦਤ ਹੋਈ ਹੈ, ਇਸ ਲਈ ਇਹਨਾਂ ਨੂੰ ਲੱਗਦਾ ਵੀ ਸਾਰੀ ਪਾਰਟੀਆਂ ਜੁਮਲੇ ਦਿੰਦੀ ਹੈ। 15 ਲੱਖ ਦਾ ਜੁਮਲਾ ਦੇ ਕੇ ਜਿਹੜੀ ਪਾਰਟੀ ਪਾਵਰ 'ਚ ਆਈ ਸੀਗੀ, ਉਹਨੂੰ ਲੱਗਦਾ ਹੈ ਸਾਰੀ ਪਾਰਟੀਆਂ ਜੁਮਲਾ ਦਿੰਦੀ ਹੈ। ਇਹਨਾਂ ਦੇ ਪ੍ਰਧਾਨ ਮੰਤਰੀ ਕੈਂਡੀਡੇਟ ਉਸ ਟਾਈਮ ਤੇ ਕਹਿੰਦੇ 15 ਲੱਖ रुपया हर एक के खाते में आएगा। वो बाद च कहते हैं वो तो जुमला सीगा। जवाब ਇਹਨਾਂ ਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਵੀ ਜਿਹੜੀ ਗੱਲ ਕਰੇਗੀ ਉਹ ਜੁਮਲਾ ਹੋਏਗੀ, ਕਿਉਂਕਿ ਇਹਨਾਂ ਦੀ ਪਾਰਟੀ ਇਹੋ ਜਿਹੀ, ਇਹਨਾਂ ਦੀ ਕੋਈ ਗਲਤੀ ਨਹੀਂ ਹੈ। ਮੈਂ ਨਹੀਂ, ਨਾ ਤੁਹਾਡੀ ਗਲਤੀ ਨਹੀਂ ਹੈ, ਇਹਦੇ ਅੰਦਰ ਤੁਹਾਨੂੰ ਲੱਗਦਾ ਵੀ ਸਾਰੇ ਜੁਮਲੇ ਦਿੰਦੇ। ਦੂਜੀ ਗੱਲ ਤੇ ਆ ਜਾਓ, ਤੁਸੀਂ ਸਾਨੂੰ ਕਹਿੰਦੇ ਹੋ ਜੀ ਤੁਸੀਂ ਗਰੰਟੀ ਨਹੀਂ ਪੂਰੀ ਕੀਤੀ। 1 ਜੁਲਾਈ ਤੋਂ ਬਿਜਲੀ ਦੀ ਗਰੰਟੀ, ਹੈਲਥ ਸਿਸਟਮ ਦੇ ਉੱਤੇ, ਐਜੂਕੇਸ਼ਨ ਸਿਸਟਮ ਦੇ ਉੱਤੇ ਸਭ ਤੋਂ ਜ਼ਿਆਦਾ ਬਜਟ ਕਰਤਾ ਸੀ। ਕਹਿੰਦੇ ਚੰਗੇ ਸਕੂਲ ਬਣਾਵਾਂਗੇ, ਸਕੂਲ ਦੀ ਗੱਲ ਕਰਤੀ, ਚੰਗੇ ਹਸਪਤਾਲ ਬਣਾਵਾਂਗੇ, ਮਲਟੀ ਸਪੈਸ਼ਲਿਟੀ ਬਣਾਵਾਂਗੇ। ਹੁਣ ਤੁਸੀਂ ਕਹਿੰਦੇ ਵੀ ਪੈਸੇ ਕਿੱਥੋਂ ਆਣਗੇ? ਪੈਸੇ ਦੀ ਗੱਲ ਸੁਣ ਲਓ। ਜਿਸ ਦਿਨ ਨਿਊਜ਼ 18 ਦੇ ਉੱਤੇ ਡਿਬੇਟ ਹੋ ਰਿਹਾ ਸੀਗਾ, ਤਦ ਗੱਲ ਚੱਲਦੀ ਪਈ ਸੀ ਕਿ ਜੀ ਲਿਕਰ ਪਾਲਿਸੀ ਗੱਲ ਕਰਤੀ, ਇਹਨਾਂ ਦੇ ਬੰਦਿਆਂ ਨੂੰ ਏਦਾਂ ਹੋ ਜਾਊਗਾ, ਉਦਾਂ ਹੋ ਜਾਊਗਾ। ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਅਸੀਂ ਹਰ ਇੱਕ ਏਰੀਆਸ ਦੇ ਅੰਦਰ ਜਿਹੜੀ ਤੁਸੀਂ ਇਲੀਗਲ
ਲਿਕਰ ਕੰਪਨੀਆਂ ਚਲਾਉਂਦੇ ਰਹੇ, ਸ਼ਰਾਬ ਦੀ ਬੋਤਲਾਂ ਵੇਚਦੇ ਰਹੇ, ਇਲੀਗਲ ਬੱਸਾਂ ਚਲਾਉਂਦੇ ਰਹੇ, ਜਿਸ 'ਚ ਤੁਹਾਡੇ ਵੀ ਹਿੱਸੇ ਸੀਗੇ। ਹੁਣ ਬੀਜੇਪੀ ਵਾਲੇ ਜਵਾਬ ਨਹੀਂ ਦੇਣਗੇ। ਇੰਡੋ ਕੈਨੇਡੀਅਨ ਵਰਗੀ ਬੱਸ ਸਰਵਿਸ ਦੇ ਅੰਦਰ ਤੁਹਾਡੀ ਸਰਕਾਰ ਚੱਲਦੀ ਹੈ, ਤੁਹਾਡੀ ਸਰਕਾਰ ਚੱਲਦੀ ਨਹੀਂ, ਤੁਸੀਂ ਲੋਕਾਂ ਨੇ ਉਹਨਾਂ ਨੂੰ ਦਿੱਤੇ। ਔਰ ਸਾਰਾ ਮਾਫੀਆ ਅੱਜ ਆਮ ਆਦਮੀ ਪਾਰਟੀ ਨੇ ਸਾਰਾ ਮਾਫੀਆ ਪੰਜਾਬ 'ਚ ਖਤਮ ਕਰਤਾ, ਲਿਕਰ ਮਾਫੀਆ ਖਤਮ ਕਰਤਾ, ਟਰਾਂਸਪੋਰਟ ਮਾਫੀਆ ਖਤਮ ਕਰਤਾ। ਸਰਕਾਰ ਦੇ ਜਿਹੜੇ ਨਾ ਖਜ਼ਾਨੇ ਤੁਸੀਂ ਲੁੱਟ ਰਹੇ ਸੀ ਸਰਕਾਰਾਂ ਨੂੰ, ਹੁਣ ਬਜਟ ਤੁਸੀਂ ਦੇਖ ਰਹੇ ਹੋ। ਹੁਣ ਤੁਸੀਂ ਦੇਖਣਾ ਰੈਵਨਿਊ ਕਿਵੇਂ ਜਨਰੇਟ ਹੁੰਦਾ ਪੰਜਾਬ ਸਰਕਾਰ ਕੋਲ। ਜਿਹੜੇ ਜ਼ਮੀਨਾਂ ਸਾਰੇ ਮਿਨਿਸਟਰਸ ਐਮਐਲਏ ਦਿੰਦੇ ਰਹੇ ਹੋ ਨਾ, ਸਾਰੀਆਂ ਜਿੰਨਾ ਬਜਟ ਹੈ ਨਾ, ਅਸੀਂ ਤੁਹਾਨੂੰ ਦੱਸਾਂਗੇ ਕਿ ਪੰਜਾਬ ਜਿਹੜਾ ਸੀਗਾ ਉਹ ਰੰਗਲਾ ਪੰਜਾਬ ਸੀਗਾ। ਤੁਸੀਂ ਲੁੱਟਦਾ ਪੰਜਾਬ ਬਣਾਤਾ। ਤੁਸੀਂ ਪੰਜਾਬ ਤੁਸੀਂ ਕਹਿ ਰਹੇ ਹੋ ਝੂਠ ਬੋਲ ਰਹੇ ਹੋ। ਮੈਂ ਰੋਜ਼ ਰਿਕੁਐਸਟ ਇਹੀ ਕਰਦਾ ਤਾਂ ਕਿ ਲੋਕਾਂ ਨੂੰ ਸਮਝ ਆਵੇ। ਠੀਕ ਹੈ ਸਰੀਨ ਸਾਹਿਬ ਤੁਸੀਂ ਬੋਲੋ। ਇੱਕ ਮਿੰਟ ਦੇ ਦਿਓ ਸਰੀਨ ਸਾਹਿਬ, 1 ਮਿੰਟ ਦੇ ਦਿਓ। ਜੀ ਜੀ ਬੋਲੋ। ਮੈਨੂੰ ਹੈਰਾਨੀ ਹੈ ਸੰਨੀ ਜੀ ਦੇ ਜਵਾਬ ਦੇ ਉੱਤੇ ਕਿ ਇਹਨਾਂ ਕੋਲ 95 ਔਰ 155 ਦਾ ਡਿਫਰੈਂਸ ਤੇ ਸਮਝ ਨਹੀਂ ਆਇਆ ਇਹਨਾਂ ਨੂੰ, ਕਿਉਂਕਿ ਇਹਨਾਂ ਕੋਲ ਉਹਦਾ ਜਵਾਬ ਕੋਈ ਨਹੀਂਗਾ। ਔਰ ਭਾਈ ਸਾਹਿਬ, ਜੇ ਤੁਸੀਂ ਬਜਟ ਪੂਰਾ ਸੁਣ ਲਿਆ ਹੋਵੇ, ਤੁਸੀਂ ਪੜ੍ਹ ਕੇ ਵੀ ਜ਼ਰੂਰ ਆਏ ਹੋਗੇ, ਤੁਸੀਂ ਬਹੁਤ ਸਿਆਣੇ ਹੋ। ਇਹਦੇ ਵਿੱਚ ਜਿਹੜੀ ਤੁਸੀਂ ਇਨਕਰੀਜ਼ ਕਰਨੀ ਹੈ ਨਾ, 17% ਇਨਕਰੀਜ਼ ਇੱਕ ਕਰਨੀ ਹੈ, 27% GST ਇਨਕਰੀਜ਼ ਕਰਨੀ ਹੈ, ਉਹ ਇਨਕਰੀਜ਼ਸ ਨੂੰ ਕਾਊਂਟ ਕਰਕੇ ਤੁਸੀਂ ਰੈਵਨਿਊ ਕਾਊਂਟ ਕੀਤਾ ਹੈ। ਤੁਸੀਂ ਕਿੱਥੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ। ਤੁਸੀਂ ਕਹਿੰਦੇ ਅਸੀਂ ਇਕੱਠੇ ਕਰਾਂਗੇ, ਉਹ ਇਕੱਠੇ ਕਰਨ ਦੇ ਬਾਅਦ ਤੁਸੀਂ ਜਿਹੜਾ ਵੀ ਕੋਈ ਆਪਾਂ ਆਮਦਨ ਦੱਸਦੇ ਆ ਬਜਟ ਦੇ ਵਿੱਚ, ਜਿਹੜੀ ਤੁਸੀਂ ਇਨਕਰੀਜ਼ਸ ਦੱਸ ਦਿੰਦੇ ਹੋ ਕਿ ਸਾਡੇ ਇਸ ਯੂਨਿਟ ਤੋਂ ਅਸੀਂ ਇਨਕਰੀਜ਼ ਕਰਾਂਗੇ, ਅਸੀਂ GST ਦਾ ਇੰਨੇ % ਇਨਕਰੀਜ਼ ਕਰਾਂਗੇ, ਅਸੀਂ ਦਾਰੂ ਦਾ ਇੰਨਾ ਇਨਕਰੀਜ਼ ਕਰਾਂਗੇ, ਮਾਈਨਿੰਗ ਦਾ ਇੰਨਾ ਇਨਕਰੀਜ਼ ਕਰਾਂਗੇ। ਉਹ ਕਰਨ ਦੇ ਬਾਅਦ ਤੁਹਾਡੇ ਕੋਲ ਫਿਗਰ 95 ਪਹੁੰਚੀ ਹੈ ਭਾਈ ਸਾਹਿਬ। ਉਹ ਇਨਕਰੀਜ਼ ਕਰਨ ਦੇ ਬਾਅਦ ਠੀਕ ਹੈ, ਥੋੜਾ ਰਿਐਕਸ਼ਨ ਬਣਦਾ ਹੈ। ਆਲੂ ਵਾਲੇ ਪਲੀਜ਼ ਥੋੜਾ ਰਿਐਕਸ਼ਨ ਸਰ। ਦੇਖੋ, ਇਹ ਜਿਹੜੇ ਬੰਦੇ ਨੇ ਨਾ, ਇਹਨਾਂ ਨੂੰ ਸਭ ਤੋਂ ਵੱਡੀ ਤਕਲੀਫ ਇੱਕੋ ਹੀ ਹੈ ਕਿ ਇਹ ਲੋਕ ਕਿਵੇਂ ਇੰਨਾ ਵਧੀਆ ਬਜਟ ਦੇ ਗਏ। ਅੱਜ ਇਹ ਬਾਰ-ਬਾਰ ਗੱਲ ਕਰ ਰਹੇ ਨੇ, ਅਸੀਂ ਇਹਨਾਂ ਨੂੰ ਦੱਸ ਰਹੇ ਹਾਂ ਕਿ ਸਾਰੇ ਮਾਫੀਆ ਨੂੰ ਕੈਂਸਲ ਕਰਕੇ ਤੁਹਾਡੀ ਇੱਕ ਗੱਲ ਦਾ ਜਵਾਬ ਦਿਓ। ਤੁਸੀਂ ਇੱਕ ਗੱਲ ਦਾ ਜਵਾਬ ਦਿਓ। ਤੁਸੀਂ ਲਿਕਰ ਮਾਫੀਆ ਦੇ ਅੰਦਰ ਤੁਹਾਡੇ ਐਮਐਲਏ, ਮੈਂ ਅਕਾਲੀ ਦਲ ਦੇ ਬਾਅਦ ਚ ਕਹਿ ਰਿਹਾ, ਪਹਿਲਾਂ ਤੁਹਾਡੇ ਐਮਐਲਏ ਨੇ ਲਿਕਰ ਨਹੀਂ ਦਿੱਤੀਆਂ। ਮੈਂ ਚੈਲੰਜ ਕਰਦਾ ਵਾਲੀਆ ਸਾਹਿਬ, ਚੈਲੰਜ ਕਰਦਾ ਇੱਕ ਐਮਐਲਏ ਦਾ ਨਾਮ ਲਵੋ ਤੁਸੀਂ। ਲੈਂਡ ਮਾਈਨਿੰਗ ਤੁਹਾਨੂੰ ਚੈਲੰਜ ਕਰਦਾ, ਸਾਡੀ ਪਾਰਟੀ ਦਾ ਇੱਕ ਵੀ ਐਮਐਲਏ ਲਿਕਰ ਮਾਫੀਆ ਚੋਵੇ। ਬੀਜੇਪੀ ਨੂੰ ਏਦਾਂ ਨਾ ਬਣਾਓ। ਅਸੀਂ ਦੇਖਿਆ ਤੁਸੀਂ ਕਿਸ ਹਿਸਾਬ ਦੀ ਗੁੰਡਾਗਰਦੀ ਕਰਦੇ ਹੋ। ਇਸ ਕਰਕੇ ਜਿਹੜਾ ਬੰਦਾ ਕਾਂਗਰਸ ਚ ਹੁੰਦਾ ਹੈ, ਤੁਹਾਡੀ ਪਾਰਟੀ ਚ ਚੈਲੰਜ ਕਰਦਾ ਤੁਹਾਨੂੰ, ਗਰੁੱਪ ਦਾ ਜਿਹੜਾ ਕਾਂਗਰਸ ਦਾ ਕੈਂਡੀਡੇਟ ਤੱਕ ਨਹੀਂ ਮਿਲੇ, ਤੁਹਾਨੂੰ ਕੈਂਡੀਡੇਟ ਤੱਕ ਨਹੀਂ ਮਿਲੇ। ਤੁਸੀਂ ਅੱਜ ਸਾਡੇ ਉੱਤੇ ਡਿਬੇਟ ਕਰਦੇ ਹੋ। ਮੈਂ ਤੁਹਾਨੂੰ ਦੱਸਦਾ ਪਿਆ, ਇੰਨਾ ਵਧੀਆ ਬਜਟ ਤੁਸੀਂ ਅੱਜ ਤੱਕ ਵਿਸ਼ੇ ਦੇ ਜਵਾਬ ਦਿਓ। ਗੌਰਵ ਜੀ ਡੀਰੇ ਨਾ ਹੋਈਏ ਬਾਕੀ ਮਹਿਮਾਨ ਠੀਕ ਹੈ। ਮੈਂ ਅਗਲੇ ਪੁਆਇੰਟ ਤੇ ਬਾਤ ਸੁਖਦੇਵ ਜੀ। ਜਿਹੜਾ ਵਿਸ਼ਾ ਅਸੀਂ ਚੱਕਿਆ ਉਹਦਾ ਜਵਾਬ ਦੇਖੋ ਸਰ, ਜਵਾਬ ਉਹਨਾਂ ਨੇ ਦੇਣਾ। ਮੈਂ ਸਵਾਲ ਤੁਹਾਡਾ ਤੇ ਲੋਕਾਂ ਦਾ ਜ਼ਰੂਰ ਪੁੱਛਣ ਦੀ ਕੋਸ਼ਿਸ਼ ਕਰ ਰਿਹਾ, ਪਰ ਮੈਂ ਫਿਗਰਸ ਦਾ ਖੇਡ ਹੈ। ਠੀਕ ਹੈ, ਮੈਂ ਸਾਰੇ ਮਹਿਮਾਨਾਂ ਨੂੰ ਰਿਕੁਐਸਟ ਕਰਦਾ, ਸਾਰਿਆਂ ਨੂੰ ਮੈਂ ਰਿਕੁਐਸਟ ਕਰਦਾ ਕਿ ਆਪਾਂ ਜਿਹੜੇ ਪੁਆਇੰਟ ਦੇ ਉੱਤੇ ਹੈ, ਯਾਨੀ ਬਜਟ ਦੇ ਉੱਤੇ ਹੀ ਰਹੀਏ। ਜੇ ਡੀਰੇਲ ਹੋ ਜਾਣਗੇ ਤਾਂ ਫਿਰ ਇਹ ਮੁੱਦਾ ਕਿਤੇ ਨਾ ਕਿਤੇ ਉਲਝ ਜਾਏਗਾ ਔਰ ਪਿੱਛੇ ਰਹਿ ਜਾਏਗਾ। ਬਜਟ ਦੇ ਫਿਗਰਸ ਤੇ ਦੱਸੋ ਕਿਵੇਂ ਪੂਰਾ ਕਰੋਗੇ। ਠੀਕ ਹੈ, ਬਜਟ ਜਿਹੜੀ ਜਗਲੀਰੀ ਤੁਸੀਂ ਕੀਤੀ ਹੈ ਲੋਕਾਂ ਨੂੰ, ਚਲੋ ਆਪਾਂ ਜਵਾਬ ਉਹਦਾ ਕਿਵੇਂ ਕਰੋਗੇ। ਤੁਸੀਂ ਕਹਿੰਦੇ ਹੋ ਨਹੀਂ ਜੀ ਇਦਾਂ ਨਹੀਂ ਹੋਏਗਾ, ਇਦਾਂ ਨਹੀਂ ਹੋਏਗਾ। ਮੈਂ ਤਾਂ ਕਹਿ ਰਿਹਾ ਸਾਰੇ ਮੈਂ ਕੀ ਕਹਿ ਰਿਹਾ, ਉਹ ਮੈਂ ਤੇ ਤੁਹਾਡਾ ਨਸਲ ਬੋਲਦਾ ਪਿਆ। ਹੋਲਡ ਕਰੋ ਪਲੀਜ਼ ਗੌਰਵ ਜੀ, ਮੈਂ ਤੇ ਸਿਰਫ ਜਿਹੜਾ ਜੋ ਬਜਟ ਪ੍ਰੈਜ਼ੈਂਟ ਕੀਤਾ ਹਰਪਾਲ ਚੀਮਾ ਜੀ ਨੇ, ਜਿਹੜੀਆਂ ਫਿਗਰਾਂ ਉਹਨਾਂ ਨੇ ਦਿੱਤੀਆਂ, ਮੈਂ ਤਾਂ ਉਹੀ ਬੋਲਦਾ ਪਿਆ। ਇਹਨਾਂ ਕੋਲ ਉਹਦਾ ਵੀ ਜਵਾਬ ਹੈ ਨਹੀਂਗਾ। ਇੱਥੋਂ ਪਤਾ ਲੱਗਦਾ ਹੈ ਕਿ ਸਮਾਂ ਖਰਾਬ ਹੋ ਰਿਹਾ, ਜਵਾਬ ਕੋਈ ਨਹੀਂਗਾ। ਪਲੀਜ਼ ਥੋੜਾ ਜਿਹਾ ਰਿਕੁਐਸਟ ਹੈ ਸੁਖਦੇਵ ਜੀ। ਤੁਸੀਂ ਇੱਕ ਤਾਂ ਮੁੰਗੀ ਵਾਲਾ ਚੁੱਕਿਆ ਸੀ, ਮੈਂ ਉਸ ਦੇ ਉੱਤੇ ਜਵਾਬ ਲਵਾਂਗਾ, ਪਰ ਇਸ ਸਭ ਦੇ ਵਿਚਾਲੇ ਸਰਕਾਰ ਦਾ ਦਾਵਾ ਇਹੀ ਹੈ। ਇਨਫੈਕਟ ਦਿਨ ਦੇ ਵਿੱਚ ਖਜ਼ਾਨਾ ਮੰਤਰੀ ਨਾਲ ਮੈਂ ਖੁਦ ਵੀ ਗੱਲਬਾਤ ਕੀਤੀ, ਉਹ ਕਹਿ ਰਹੇ ਨੇ ਕਿ 5 ਦੇ ਵਿੱਚੋਂ ਅਸੀਂ 4 ਗਰੰਟੀਆਂ ਪੂਰੀਆਂ ਕਰ ਦਿੱਤੀਆਂ। ਉਹਨਾਂ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ। ਮੁਹੱਲਾ ਕਲੀਨਿਕ ਹੋਵੇ, ਅਸੀਂ ਚਾਹੇ 300 ਯੂਨਿਟ ਦੀ ਗੱਲ ਕਹੀ ਸੀ, ਸਿਹਤ ਦੇ ਉੱਤੇ ਗੱਲ ਕੀਤੀ ਸੀ, ਜਿਹੜਾ ਅਸੀਂ ਫੌਜੀਆਂ ਦੇ ਲਈ ਅਨਾਉਂਸਮੈਂਟ ਕੀਤੀ ਸੀ, ਤਾਂ ਇੱਕ ਰਹਿ ਗਈ ਮਹਿਲਾਵਾਂ ਵਾਲੀ, ਉਹ ਵੀ ਪੂਰੀ ਕਰ ਦੇਵਾਂਗੇ। ਤਾਂ ਲੱਗਦਾ ਕਿ 5 ਦੇ ਵਿੱਚੋਂ 4 ਨੰਬਰ ਲੈ ਗਈ ਸਰਕਾਰ, ਜੇ ਨਹੀਂ ਤਾਂ ਕਿਉਂ? ਦੇਖੋ ਗੌਰਵ ਜੀ, ਗੱਲ ਇਹ ਹੈ ਵੀ ਕਿਸੇ ਨੂੰ ਆਪਾਂ ਉੱਚੀ ਗਾਲਾਂ ਕੱਢ ਕੇ ਆਪਣੇ ਫਿਗਰਾਂ ਨਹੀਂ ਠੀਕ ਹੋਣੀਆਂ, ਕਿਸੇ ਨੂੰ ਚੋਰ ਕਹਿ ਕੇ ਇਹ ਜਿਹੜੀਆਂ ਫਿਗਰਾਂ ਠੀਕ ਨਹੀਂ ਹੋਣੀਆਂ, 70 ਸਾਲ 'ਚ ਕੁਝ ਨਹੀਂ ਹੋਇਆ ਇਹ ਕਹਿ ਕੇ ਕੁਝ ਨਹੀਂ ਹੋਣਾ। ਕਿਉਂਕਿ ਜੋ ਹੋਇਆ, ਜੇ ਅੱਜ ਬੈਠ ਕੇ ਘਰੋਂ ਉਹ ਡਿਬੇਟ ਕਰ ਰਹੇ, ਉਹ ਵੀ 70 ਸਾਲ ਦੀ ਦੇਣ ਹੈ, ਜੇ ਇੰਨਾ ਅਸੀਂ ਇੱਥੇ ਟੈਕਨੋਲੋਜੀ ਆ ਗਈ ਹੈ। ਦੂਜੀ ਗੱਲ, ਤੁਸੀਂ ਮੇਰੇ ਨਾਲ ਗੱਲ ਕੀਤੀ ਹੈਗੀ ਹੈ ਆਪਣੀ ਗਰੰਟੀਆਂ ਦੀ। ਦੇਖੋ, ਇਹਨਾਂ ਨੇ 300 ਯੂਨਿਟ ਦੀ ਗਰੰਟੀ ਕੀਤੀ ਸੀ,
ਅੱਜ ਉਹਨਾਂ ਨੇ ਐਲਾਨ ਕੀਤਾ ਹੈ, ਠੀਕ ਹੈ, ਪਰ ਗਰੰਟੀ ਕੀ ਸੀਗੀ? ਗਰੰਟੀ ਇਹ ਸੀ ਵੀ ਜੇ 2 ਮਹੀਨੇ ਦਾ ਬਿੱਲ 600 ਤੋਂ ਉੱਪਰ ਆਊਗਾ, ਜਿੰਨੇ ਯੂਨਿਟ ਆਉਣਗੇ ਉਹਦੇ ਪੈਸੇ ਲਵਾਂਗੇ। ਇਹ ਬਕਾਇਦਾ ਤੌਰ ਤੇ ਕਲੈਰੀਫਾਈ ਕੀਤਾ ਸੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ, ਇਹਨਾਂ ਦੇ ਸੁਪਰੀਮੋ ਸਾਹਿਬ ਨੇ, ਆਪਣੇ ਦਿੱਲੀ ਵਾਲਿਆਂ ਨੇ, ਵੀ ਅਸੀਂ ਉਨੇ ਯੂਨਿਟ ਲਵਾਂਗੇ। ਹੁਣ ਕੀ ਆਹਲੂਵਾਲੀਆ ਸਾਹਿਬ ਦੱਸਣ ਦੀ ਕੋਸ਼ਿਸ਼ ਕਰਨਗੇ ਵੀ ਕੀ ਉਹ ਜਿਹੜੇ 600 ਯੂਨਿਟ ਤੋਂ ਬਾਅਦ ਉਹ ਆਉਣਗੇ ਉਹੀ ਲੈਣਗੇ ਕਿ ਇਹ ਜੇ 601 ਹੋ ਗਿਆ ਤਾਂ ਸਾਰਾ ਬਿੱਲ ਲੈਣਗੇ? ਇਹ ਪਹਿਲੀ ਗਰੰਟੀਆਂ ਤਾਂ ਮੰਨਾਂਗੇ ਨਾ ਵੀ ਉਹ ਹੋ ਗਿਆ ਵੀ ਜੇ ਅਸੀਂ ਉਸ ਨੂੰ ਉਹ ਗੱਲ ਕਰ ਲਈਏ। ਦੂਜੀ ਗੱਲ, ਜਿਹੜੀਆਂ ਆਪਾਂ ਮੁਹੱਲਾ ਕਲੀਨਿਕ ਦੀ ਜਾਂ ਹੋਰ ਦੀ ਗੱਲ ਕਰਦੇ ਆ, ਦੇਖੋ ਗੱਲ ਇਹ ਹੈ ਵੀ ਅੱਜ ਜੋ ਪਹਿਲਾਂ ਗੱਲ ਦੱਸ ਕੇ ਗਏ ਹੈ ਵੀ ਮੈਂ ਇੱਕ ਗੱਲ ਬੜੀ ਇੱਥੇ ਜ਼ਿੰਮੇਵਾਰੀ ਨਾਲ ਕਹਿਣਾ, ਇਹ ਸਿਰਫ ਤੇ ਸਿਰਫ ਅਸੀਂ ਦਿੱਲੀ ਮਾਡਲ ਨੂੰ ਦੇਸ਼ ਦੇ ਵਿੱਚ ਵੇਚਣ ਵਾਸਤੇ ਸਾਡੇ ਐਕਸਪੈਂਸਿਸ ਤੇ ਅਸੀਂ ਐਡ ਦੇਣੀਆਂ ਨੇ ਜਾ ਕੇ, ਉਹਦੇ ਵਾਸਤੇ ਹੋ ਰਿਹਾ ਹੈ। ਇਹ ਸਾਡੇ ਤੇ ਦਿੱਲੀ ਦਾ ਮਾਡਲ ਸਾਡੇ ਵਾਸਤੇ ਸਹਾਈ ਹੀ ਨਹੀਂ ਹੋਣਾ। ਨਹੀਂ ਤਾਂ ਤੁਹਾਨੂੰ ਮੁਹੱਲਾ ਕਲੀਨਿਕ ਜੇ ਖੁੱਲਦੇ ਨੇ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਫਾਇਦਾ ਹੋਏਗਾ ਲੋਕਾਂ ਨੂੰ? ਸੁਖਦੇਵ ਜੀ, ਮੈਂ ਕਹਿਣਾ ਜੀ, ਸਾਡੇ ਕੋਲੇ ਜਿਹੜਾ ਪ੍ਰਾਇਮਰੀ ਹੈਲਥ ਸੈਂਟਰ ਨੇ ਸਾਡੇ, ਉਹ ਬਹੁਤ ਵਧੀਆ ਸਿਸਟਮ ਹੈ, ਔਰ ਜੇ ਤੁਸੀਂ ਉਹਨੂੰ ਠੀਕ ਹੈ ਉਹਦੇ ਕਿਤੇ ਚਲਾਉਣ ਦੇ ਵਿੱਚ, ਮੈਂ ਇਹ ਗੱਲ ਕਹਿਣ ਦੇ ਵਿੱਚ ਮੈਨੂੰ ਕੋਈ ਝਿਜਕ ਨਹੀਂ। ਜੇ ਪਿੱਛੇ ਕੋਈ ਉਹਨਾਂ 'ਚ ਨੁਕਸ ਰਹੇ ਨੇ, ਪਿੱਛੇ ਉਹਨਾਂ 'ਚ ਕੋਈ ਖਾਮੀਆਂ ਰਹੀਆਂ ਨੇ, ਇੰਪਰੂਵਮੈਂਟ ਦੀ ਇੱਕ ਹਰ ਜਗ੍ਹਾ ਦੇ ਉੱਤੇ ਸਕੋਪ ਹੁੰਦਾ, ਉਹਨੂੰ ਇੰਪਰੂਵ ਕਰੋ, ਉਹਨੂੰ ਵਧੀਆ ਤਰੀਕੇ ਨਾਲ ਚਲਾਓ। ਸਾਡਾ ਜਿਹੜਾ ਸਿਸਟਮ ਹੈ ਉਹਨੂੰ ਦੇਸ਼ ਜਾਣਦਾ ਸੀ, ਜਿਹੜਾ ਪ੍ਰਾਇਮਰੀ ਹੈਲਥ ਸੈਂਟਰ ਸਿਸਟਮ ਜਿਹੜਾ ਹੈਗਾ। ਦੂਜੀ ਗੱਲ, ਸਾਡੇ ਇੱਥੇ ਇਹਨੂੰ ਸਿਰਫ ਤੇ ਸਿਰਫ ਅਸੀਂ ਇਹ ਵੇਚ ਕੇ ਦੇਸ਼ ਦੇ ਵਿੱਚ ਲਾਂਚ ਹੋਣ ਨੂੰ 2024 ਨੂੰ ਮੁੱਖ ਰੱਖ ਕੇ ਇਹ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਇਹਦਾ ਸਾਡੇ ਸੂਬੇ ਦੇ ਵਿੱਚ ਇਹਦਾ ਕੋਈ ਇਹਨਾਂ ਦੀ ਰੈਲੀਵੈਂਸੀ ਨਹੀਂ ਹੈ। ਔਰ ਮੈਂ ਦੁਬਾਰਾ ਇੱਕ ਗੱਲ ਫੇਰ ਨਹੀਂ, ਮੈਂ ਦੁਬਾਰਾ ਪੁੱਛ ਰਿਹਾ ਸਰ, ਮੈਂ ਇਹ ਜਾਣਨਾ ਚਾਹ ਰਿਹਾ ਕਿ ਤੁਸੀਂ ਕਹਿ ਰਹੇ ਹੋ ਕਿ ਜੇ ਮੁਹੱਲਾ ਕਲੀਨਿਕ ਖੁੱਲਦੇ ਤਾਂ ਪੰਜਾਬ ਦੇ ਵਿੱਚ ਪਿੰਡ ਕਲੀਨਿਕ ਉਹਦੀ ਰੈਲੀਵੈਂਸ ਨਹੀਂ ਹੈ ਪੰਜਾਬ 'ਚ? ਮੈਂ ਕਹਿੰਦਾ ਪਹਿਲਾਂ ਹੈਗੇ, ਉਹਨਾਂ ਨੂੰ ਇੰਪਰੂਵ ਕਰ ਲਓ। ਸਾਡਾ ਇੱਕ ਮਾਡਲ ਹੈ, ਦੇਖੋ ਤੁਸੀਂ ਕਿਸੇ ਐਕਸਪਰਟਸ ਨੂੰ ਪੁੱਛੋ, ਤੁਸੀਂ ਕਿਸੇ ਐਕਸਪਰਟਸ ਨੂੰ ਪੁੱਛੋ ਜਿਹੜੇ ਪੰਜਾਬ ਨਾਲ ਡੀਲ ਕਰਦੇ ਨੇ, ਡਾਕਟਰ ਪਿਆਰੇ ਲਾਲ ਨੂੰ ਪੁੱਛ ਕੇ ਦੇਖ ਲਓ, ਉਹ ਡਾਇਰੈਕਟਰ ਹੈਲਥ ਵੀ ਰਿਹਾ ਔਰ ਉਹ ਸੋਸ਼ਲ ਐਕਟਿਵਿਸਟ ਵੀ, ਉਹ ਕਿਸੇ ਪਾਰਟੀ ਨਾਲ ਨਹੀਂ। ਜਿਹੜਾ ਸਾਡਾ ਸਿਸਟਮ ਹੈ ਬਹੁਤ ਵਧੀਆ ਸਿਸਟਮ ਹੈ, ਉਹਨੂੰ ਇੰਪਰੂਵ ਕਰਨ ਦੀ ਲੋੜ ਹੈ। ਉਹਨੂੰ ਇੰਪਰੂਵ ਕਰਨ ਦੀ ਜਿਹੜੇ ਚਾਹੇ ਡਿਸਪੈਂਸਰੀਜ਼ ਨੇ, ਚਾਹੇ ਫਿਰ ਦੂਜੇ ਪਾਸੇ ਜਿਹੜੇ ਸਿਵਲ ਹਸਪੀਟਲਸ ਨੇ, ਉਹਨਾਂ ਦੇ ਉੱਤੇ ਕੰਮ ਕਰਨ ਦੀ ਜ਼ਰੂਰਤ ਹੈ ਔਰ ਸ਼ਾਇਦ ਇਨ ਫਿਊਚਰ ਹਮੇਸ਼ਾ ਹੀ ਰਹੇਗੀ ਕਿਉਂਕਿ ਟੈਕਨੋਲੋਜੀ ਪੂਰੀ ਅਪਗ੍ਰੇਡ ਹੁੰਦੀ ਰਹਿੰਦੀ ਹੈ। ਠੀਕ ਹੈ, ਆਪਾਂ ਜਵਾਬ ਲੈ ਲਈਏ ਸਰ, ਇੱਕ ਵਾਰ ਆਪਾਂ ਜਵਾਬ ਲੈ ਲਈਏ। ਦੀਪ ਭਾਈ ਥੋੜਾ ਇੰਤਜ਼ਾਰ ਕਰਿਓ। ਡਾਕਟਰ ਸਾਹਿਬ ਦੇਖੋ, 4731 ਜਦ ਆਪਾਂ ਫਿਗਰ ਦਿੰਨੇ ਆ, ਜਿਸ 'ਚ 23% ਇਨਕਰੀਜ਼ ਹੈ ਪਿਛਲੀ ਸਰਕਾਰ ਨਾਲੋਂ, ਉਸ ਤੋਂ ਇਲਾਵਾ 77 ਕਰੋੜ ਰੁਪਏ ਆਪਾਂ ਗੱਲ ਕਰਦੇ ਪਏ ਆ ਕਿ ਆਪਾਂ ਮੁਹੱਲਾ ਕਲੀਨਿਕਸ ਬਣਾ ਰਹੇ ਹਾਂ 77 ਕਰੋੜ ਦੇ। ਅੱਜ ਇਹ ਗੱਲ ਕਰ ਰਹੇ ਆ ਕਿ ਜੀ ਹੈਲਥ ਸਿਸਟਮਸ ਦਾ ਬਹੁਤ ਇੰਪਰੂਵਮੈਂਟ ਹੈ। ਇਹਨਾਂ ਦਾ ਹੈਲਥ ਸਿਸਟਮ ਇੰਨਾ ਵਧੀਆ ਸੀ ਕਿ ਹੈਲਥ ਮਿਨਿਸਟਰ ਮੁਹਾਲੀ ਦਾ ਹੋ ਕੇ ਉੱਥੇ ਕਰੋਨਾ ਲਈ ਇੱਕ ਵੀ ਵੈਂਟੀਲੇਟਰ ਨਹੀਂ ਸੀ। ਇੰਨਾ ਵਧੀਆ ਹੈਲਥ ਸਿਸਟਮ ਸੀ ਇਹਨਾਂ ਕੋਲ, ਇੰਨਾ ਵਧੀਆ ਹੈਲਥ ਸਿਸਟਮ ਸੀਗਾ ਕਿ 36 ਪ੍ਰਾਈਵੇਟ ਹਸਪਤਾਲ ਤੇ ਸਰਕਾਰੀ ਹਸਪਤਾਲ ਇੱਕ, ਜਦ ਵੀ ਮਰੀਜ਼ ਨੇ ਜਾਣਾ ਇਹਨੂੰ ਜੀ ਪੀਜੀਆਈ ਲੈ ਜਾਓ, ਇਹਨੂੰ ਕਿੱਥੇ ਲੈ ਜਾਓ, ਤੁਸੀਂ ਜਿਹੜੇ ਮਰਜ਼ੀ ਉਹਦੀ ਗੱਲ ਕਰ ਲਓ। ਅੱਜ ਆਪਾਂ ਡਿਸਕਸ ਕਰ ਰਹੇ ਹਾਂ ਕਿ ਅਸੀਂ ਹੈਲਥ ਸਿਸਟਮ ਨੂੰ ਇੰਪਰੂਵ ਕਰਨਾ। ਸ਼ੁਕਰ ਕਰੋ ਇਹ ਇੱਕ ਮੁੱਦਾ ਬਣਿਆ ਕਿ ਹੈਲਥ ਸਿਸਟਮ ਇੰਪਰੂਵ ਕਰਨਾ, ਨਹੀਂ ਤਾਂ ਹੈਲਥ ਸਿਸਟਮ ਦੇ ਉੱਤੇ ਗੱਲ ਹੀ ਨਹੀਂ ਕਰਦੇ ਸੀ, ਕਦੀ ਵੀ ਡਿਸਕਸ਼ਨ ਹੁੰਦਾ ਹੀ ਨਹੀਂ ਸੀ। ਹੈਲਥ ਐਜੂਕੇਸ਼ਨ ਟੌਪ ਪ੍ਰਾਇੋਰਟੀ ਸੀਗੀ ਆਮ ਆਦਮੀ ਪਾਰਟੀ ਦੀ, ਅੱਜ ਤੱਕ ਇਹਨੂੰ ਕਦੀ ਡਿਸਕਸ ਹੀ ਨਹੀਂ ਕੀਤਾ ਗਿਆ। ਅਸੀਂ ਦੋਨਾਂ ਚੀਜ਼ਾਂ ਦੇ ਉੱਤੇ ਬਜਟ ਨੂੰ ਵਧਾਇਆ, ਦੋਨੋਂ ਚੀਜ਼ਾਂ ਦੇ ਉੱਤੇ ਅਸੀਂ ਕਿਹਾ ਕਿ ਅਸੀਂ ਸਕੂਲਸ ਵੀ ਇੰਪਰੂਵ ਕਰਾਂਗੇ। ਜਿੱਥੇ ਐਸਟੀਮਡ ਸਕੂਲਸ ਬਣਾਉਣ ਦੀ ਗੱਲ ਕੀਤੀ ਹੈ, ਉੱਥੇ ਐਜੂਕੇਸ਼ਨ ਸਿਸਟਮ ਨੂੰ ਵਧਾਉਣ ਦੀ ਪੰਜਾਬ ਦੇ ਅੰਦਰ ਇੱਕ ਇਹੋ ਜਿਹਾ ਸਿਸਟਮ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ 'ਚ ਪੰਜਾਬ ਬਿਜ਼ਨਸ ਬਲਾਸਟਰਸ ਗਰੁੱਪ ਬਣਾਇਆ ਗਿਆ। ਉਹਦੇ ਅੰਦਰ 11ਵੀਂ ਸਾਲ ਦੇ ਬੱਚੇ ਨੂੰ ਜਿਹੜਾ ਬੱਚਾ 11th ਕਲਾਸ 'ਚ ਹੋਏਗਾ ਉਹਨੂੰ 2000 ਰੁਪਏ ਸੀਡ ਮਨੀ ਦਿੱਤੀ ਜਾਏਗੀ ਤਾਂ ਕਿ ਉਹ ਕਰ ਸਕੇ। ਅਸੀਂ ਇਸ ਲਈ ਬੰਦੇ ਨੂੰ ਟ੍ਰੇਨ ਕਰ ਰਹੇ ਹਾਂ। ਡਾਕਟਰ ਸਾਹਿਬ ਦੇਖੋ, ਉਹਦਾ ਸਵਾਲ ਕੀ ਸੀ? ਉਹਨਾਂ ਦਾ ਸਵਾਲ ਇਹ ਹੈ ਕਿ ਪੰਜਾਬ ਦੇ ਵਿੱਚ ਮੁਹੱਲਾ ਕਲੀਨਿਕ ਦੀ ਜ਼ਰੂਰਤ ਬਾਕੀ ਹੈ। ਇੱਕ ਅਨਾਉਂਸਮੈਂਟ ਹੁੰਦੀ ਹੈ ਤੇ ਇੱਕ ਜ਼ਰੂਰਤ ਹੁੰਦੀ ਹੈ, ਇੱਕ ਪੂਰੀਆਂ ਕੰਡੀਸ਼ਨਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਰੈਲੀਵੈਂਸ ਹੁੰਦੀ ਹੈ। ਉਹ ਕਹਿ ਰਹੇ ਕਿ ਜੇ ਤੁਸੀਂ ਐਕਸਪਰਟਸ ਦੇ ਨਾਲ ਗੱਲ ਕਰੋ ਤਾਂ ਉਹ ਕਹਿਣਗੇ ਕਿ ਜੋ ਸਿਸਟਮ ਆਲਰੇਡੀ ਹੈ ਤੁਸੀਂ ਉਸ ਨੂੰ ਮਜ਼ਬੂਤ ਕਰ ਲਓ, ਉਹੀ ਠੀਕ ਹੋ ਜਾਏਗਾ, ਤੁਹਾਨੂੰ ਨਵੀਆਂ ਚੀਜ਼ਾਂ ਮੁਹੱਲਾ ਕਲੀਨਿਕ ਜਾਂ ਫਿਰ ਪਿੰਡ ਕਲੀਨਿਕ ਦੀ ਜ਼ਰੂਰਤ ਹੀ ਨਹੀਂ ਪਏਗੀ। ਤੁਹਾਨੂੰ ਨਹੀਂ ਲੱਗਦਾ ਕਿ ਰਿਸਰਚ ਇਸ ਦੇ ਉੱਤੇ ਜਾਂ ਤੁਸੀਂ ਕਰ ਲਿਆ ਹੋਮਵਰਕ? ਮੈਂ ਤੁਹਾਨੂੰ ਦੱਸਦਾ, ਅਸੀਂ ਇਹਦੇ ਉੱਤੇ ਜਦ ਅਸੀਂ ਮੁਹੱਲਾ ਕਲੀਨਿਕਸ ਪੰਜਾਬ 'ਚ ਅਨਾਉਂਸ ਕੀਤੇ ਸੀਗੇ, ਉਸ ਤੋਂ 1 ਸਾਲ ਪਹਿਲਾਂ ਆਮ ਆਦਮੀ ਪਾਰਟੀ ਦੇ ਵੋਲੰਟੀਅਰਸ ਪਿੰਡ ਜਾ ਕੇ ਡਿਫਰੈਂਟ ਡਿਸਪੈਂਸਰੀਜ਼, ਡਿਫਰੈਂਟ ਪ੍ਰਾਇਮਰੀ ਹੈਲਥ ਸੈਂਟਰਸ ਦੀ ਜਾ ਕੇ ਫੋਟੋਜ਼ ਖਿੱਚੀਆਂ ਗਈਆਂ ਔਰ ਦੇਖਿਆ ਗਿਆ ਵੀ ਕਿੰਨੇ ਪਿੰਡ ਬਾਅਦ ਕਿੰਨੀਆਂ ਡਿਸਪੈਂਸਰੀਆਂ। ਅੱਜ ਇਹ ਗੱਲ ਕਰਦੇ ਪਏ ਹੈ, ਮੈਂ ਕਹਿੰਦਾ ਕਾਂਗਰਸ ਦੀ ਵੀ ਸਰਕਾਰ ਰਹੀ ਹੈ ਤੇ ਅਕਾਲੀ ਦਲ ਬੀਜੇਪੀ ਦੀ ਰਹੀ ਹੈ। ਤੁਸੀਂ ਇਹਨਾਂ ਨੂੰ ਇੱਕ ਕੁਐਸਚਨ ਪੁੱਛੋ ਕਿ ਪੰਜਾਬ ਦੇ ਅੰਦਰ ਕਿੰਨੇ ਡਾਕਟਰਸ ਹੈਗੇ ਨੇ,
ਇਹ ਜਵਾਬ ਦੇ ਦੇਣ ਇਹਨਾਂ ਨੂੰ ਵੀ ਪੰਜਾਬ ਦੇ ਅੰਦਰ ਟੋਟਲ ਡਾਕਟਰਸ ਸਰਕਾਰੀ ਡਾਕਟਰਸ ਕਿੰਨੇ ਨੇ, ਇਹਨਾਂ ਨੂੰ ਫਿਗਰਸ ਪਤਾ ਨੇ। ਅੱਜ ਇਹ ਗੱਲ ਸਾਡੇ ਨਾਲ ਡਿਸਕਸ਼ਨ ਕਰ ਰਹੇ ਨੇ, ਡਿਸਕਸ਼ਨ ਕਰਨ ਲਈ ਕਰ ਰਹੇ ਨੇ ਵੀ ਆਪਣੇ ਆਪ ਨੂੰ ਪ੍ਰੂਵ ਕਰਨ ਲਈ ਵੀ ਅਸੀਂ ਸੱਚੇ ਆ। ਮੈਂ ਦੱਸਣਾ ਚਾਹੁੰਦਾ ਇਹਨਾਂ ਨੂੰ ਕਿ ਤੁਸੀਂ ਸਾਡੇ ਤੋਂ ਪਹਿਲਾਂ ਸਰਕਾਰਾਂ ਚਲਾਈਆਂ, ਅੱਛਾ ਕੰਮ ਕੀਤਾ ਹੋਏਗਾ, ਅਸੀਂ ਕੁਝ ਨਹੀਂ ਕਹਿੰਦੇ, ਪਰ ਜੋ ਰਿਐਲਿਟੀ ਹੈ ਉਹ ਇਹ ਹੈਗੀ ਹੈ ਕਿ ਮੁਹੱਲਾ ਕਲੀਨਿਕ ਦਾ ਮਾਡਲ ਕਿੱਥੋਂ ਨਾ ਕਿੱਥੋਂ ਆਪਾਂ ਸੋਚ ਕੇ ਬਣਾਇਆ ਗਿਆ, ਦਿੱਲੀ ਦੇ ਅੰਦਰ ਵੀ ਤੇ ਪੰਜਾਬ ਦੇ ਅੰਦਰ ਵੀ। ਇਹ ਨਾ ਸਮਝੋ ਕਿ ਅਸੀਂ ਦੂਜੀ ਸਟੇਟ ਨੂੰ ਵੇਚਣ ਲਈ ਇਹ ਗੱਲ ਕਰ ਰਹੇ ਹਾਂ, ਅਸੀਂ ਇਸ ਲਈ ਕਰ ਰਹੇ ਹਾਂ ਕਿ ਲੋਕਾਂ ਦੀ ਡਿਮਾਂਡ ਹੈ, ਐਜੂਕੇਸ਼ਨ ਸਿਸਟਮ ਲੋਕਾਂ ਦੀ ਡਿਮਾਂਡ ਹੈ, ਸਮਾਰਟ ਸਕੂਲ, ਸਮਾਰਟ ਕਾਲਜਸ, ਡਿਜੀਟਲ ਕਿਉਂ ਕਰਿਆ ਜਾ ਰਿਹਾ ਹੈ? ਠੀਕ ਹੈ ਸਰ, ਡਿਜੀਟਲ ਤੁਹਾਡਾ ਪੁਆਇੰਟ ਆ ਗਿਆ ਸਰ, ਤੁਹਾਡਾ ਪੁਆਇੰਟ ਆ ਗਿਆ। ਮੈਨੂੰ ਅੱਗੇ ਵਧਣ ਦਿਓ, ਮੈਂ ਅਗਲੇ ਸੈਗਮੈਂਟ ਦੇ ਵੱਲ ਵਧਦਾ ਕਿਉਂਕਿ ਹੈਲਥ ਦੇ ਉੱਤੇ ਗੱਲ ਕੀਤੀ ਹੈ, ਆਪਾਂ ਸਿੱਖਿਆ ਤੇ ਗੱਲ ਕੀਤੀ ਹੈ। ਸਰੀਨ ਸਾਹਿਬ ਮੈਂ ਤੁਹਾਡੇ ਕੋਲ ਆਉਣਾ ਪਹਿਲੇ, ਦੀਪਾ ਜੀ ਤੁਹਾਡਾ ਰਿਐਕਸ਼ਨ ਐਗਰੀ ਕਲਚਰ ਦੇ ਉੱਪਰ, ਜਿਹੜੇ ਐਗਰੀ ਦਾ ਬਜਟ ਸੀ ਉਸ ਦੇ ਵਿੱਚ ਤੁਹਾਨੂੰ ਕਿਵੇਂ, ਕਿਉਂਕਿ ਸਰਕਾਰ ਕਹਿ ਰਹੀ ਹੈ ਕਿ ਅਸੀਂ ਕਰੀਬ 11,500 ਕਰੋੜ ਤੋਂ ਜ਼ਿਆਦਾ ਦਾ ਬਜਟ ਦਿੱਤਾ ਹੈ, ਜਿਹੜੀ ਸਬਸਿਡੀ ਵਾਲੀ ਗੱਲ ਸੀ ਉਹ ਵੀ ਜਾਰੀ ਰਹੇਗੀ, ਔਰ ਇਨਫੈਕਟ ਮੂੰਗੀ ਦਾ ਜ਼ਿਕਰ ਬਹੁਤ ਹੋਇਆ। ਦੀਪਾ ਜੀ। ਗੌਰਵ ਜੀ ਠੀਕ ਹੋਈ ਗੱਲ ਹੈ, ਫਿਗਰਸ ਹੈ ਵੀ ਅਸੀਂ ਇੰਨਾ ਬਜਟ ਦੇ ਰਹੇ ਹਾਂ, ਪਰ ਅੱਜ ਹਾਲ ਕੀ ਹੈ ਕਿਸਾਨਾਂ ਦਾ? ਜਿਹੜੇ ਕੇਜਰੀਵਾਲ ਕਹਿੰਦੇ ਸੀ ਕਿ ਮੇਰੀ ਗਰੰਟੀ ਆ, ਮੈਂ ਵਾਅਦਾ ਕਰਦਾ ਔਰ ਮੈਂ ਜ਼ਿੰਮੇਵਾਰੀ ਲੈਣਾ ਕਿ 1 ਅਪ੍ਰੈਲ 2022 ਤੋਂ ਬਾਅਦ ਕੋਈ ਵੀ ਕਿਸਾਨ ਸੁਸਾਈਡ ਨਹੀਂ ਕਰੂਗਾ। ਇਹ ਉਹਨਾਂ ਦੀ ਸਟੇਟਮੈਂਟ ਹੈ, ਬੜੀ ਮੈਂ ਕਲੀਅਰ ਸੁਣੀ ਆਪਦੇ ਕੰਨੀ ਕਿ 1/4 ਤੋਂ ਬਾਅਦ ਕਿਸੇ ਕਿਸਾਨ ਨੇ ਪੰਜਾਬ 'ਚ ਸੁਸਾਈਡ ਨਹੀਂ ਕੀਤਾ। ਜੇ ਕੀਤਾ ਹੈ ਤਾਂ ਕੀ ਉਹਦੀ ਸਾਰ ਲਿੱਤੀ ਗਈ? ਕੀ ਉਹਨੂੰ ਉਹ ਮੁਆਵਜ਼ਾ ਦਿੱਤਾ ਗਿਆ? ਪੁੱਛਿਆ ਗਿਆ ਕਿ ਪਰਿਵਾਰ ਦਾ ਕੀ ਹਾਲ ਹੈ? ਨਹੀਂ, ਭੁੱਲ ਗਏ ਸਾਰੇ। ਅੱਜ ਵੀ ਮੈਨੂੰ ਬਿਲਕੁਲ ਪਤਾ ਹੈ ਕਿ ਕਿਸਾਨ ਥਾਂ ਤੇ ਬੈਠੇ ਆ, ਰੋਜ਼ ਵੀਡੀਓ ਵੇਖ ਰਹੇ ਆ। ਫਿਰ ਜਿਹੜੀ ਗੁਲਾਬੀ ਸੁੰਡੀ ਦੀ ਗੱਲ ਚੱਲ ਰਹੀ ਹੈ ਇਹਦੇ ਵਿੱਚ, ਨਰਮੇ ਦੇ ਵਿੱਚ ਪੈ ਗਈ ਹੈ, ਔਰ ਕਿਸਾਨਾਂ ਨੂੰ ਆਪਦੀ ਫਸਲ ਵਾਹਣੀ ਪੈ ਰਹੀ ਹੈ।